सारा अपने बंदे हिस्से बुलाओ अपने नाल। कांग्रेस सरकार मुर्दाबाद। ਸਵਾਗਤ ਹੈ ਪੀਟੀਸੀ ਨਿਊਜ਼ ਦੇ ਸਾਰੇ ਦਰਸ਼ਕਾਂ ਦਾ। ਕਿਸਾਨਾਂ ਦੇ ਨਾਲ ਵਾਅਦੇ ਕਰਕੇ ਪੰਜਾਬ ਦੀ ਸੱਤਾ ਤੇ ਕਾਬਜ਼ ਹੋਈ ਕੈਪਟਨ ਸਰਕਾਰ ਨੂੰ 3 ਸਾਲ ਪੂਰੇ ਹੋਣ ਵਾਲੇ ਨੇ, ਪਰ ਇਹਨਾਂ 3 ਸਾਲਾਂ ਦੌਰਾਨ ਕਿਸਾਨ ਹਰ ਵਾਰ ਸੜਕਾਂ ਦੇ ਉੱਤੇ ਨਜ਼ਰ ਆਇਆ ਵੱਖ-ਵੱਖ ਮੰਗਾਂ ਨੂੰ ਲੈ ਕੇ। ਪਰ ਇੱਕ ਸਭ ਤੋਂ ਵੱਡੀ ਜਿਹੜੀ ਮੰਗ ਹੈ ਪਿਛਲੇ 3 ਸਾਲ ਤੋਂ ਲਗਾਤਾਰ ਕਿਸਾਨ ਉਸ ਮੰਗ ਦੇ ਵਾਸਤੇ ਸੰਘਰਸ਼ ਕਰ ਰਿਹਾ, ਉਹ ਹੈ ਗੰਨੇ ਦੀ ਬਕਾਇਆ ਅਦਾਇਗੀ। ਇੱਕ ਵਾਰ ਫਿਰ ਕਿਸਾਨ ਸੜਕਾਂ ਤੇ ਉਤਰਿਆ ਆਪਣਾ ਹੱਕ ਲੈਣ ਦੇ ਵਾਸਤੇ। ਤਸਵੀਰਾਂ ਪਹਿਲਾਂ ਤੁਹਾਨੂੰ ਵਿਖਾ ਰਹੇ ਹਾਂ ਭੋਗਪੁਰ ਦੀ ਸਹਿਕਾਰੀ ਖੰਡ ਮਿਲ ਦੇ ਬਾਹਰ ਇੱਕ ਵਾਰ ਫਿਰ ਕਿਸਾਨ ਧਰਨਾ ਦੇਣ ਵਾਸਤੇ ਮਜਬੂਰ ਹੋਏ ਨੇ। ਇਹ ਧਰਨਾ ਦਿੱਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਆਦਮਪੁਰ ਤੋਂ ਵਿਧਾਇਕ ਪਵਨ ਟੀਨੂ ਦੀ ਅਗਵਾਈ ਦੇ ਵਿੱਚ। ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਇਕੱਠੇ ਹੋਏ ਨੇ ਆਪਣਾ ਹੱਕ ਲੈਣ ਦੇ ਵਾਸਤੇ। ਸਰਕਾਰ ਦੇ ਖਿਲਾਫ ਨਾਅਰਾਬਾਜ਼ੀ ਵੀ ਕੀਤੀ ਜਾ ਰਹੀ ਹੈ, ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਨੇ। ਇਹ ਜਿਸ ਖੰਡ ਮਿਲ ਦੇ ਬਾਹਰ ਅਸੀਂ ਇਸ ਵਕਤ ਮੌਜੂਦ ਹੈਗੇ ਹਾਂ, ਇਸ ਖੰਡ ਮਿਲ ਦੇ ਬਾਹਰ ਕਿਸਾਨਾਂ ਦਾ 23 ਕਰੋੜ ਰੁਪਇਆ ਜਿਹੜਾ ਬਕਾਇਆ ਖੜਾ ਹੈ, ਜਦਕਿ ਸੂਬੇ ਦੀਆਂ ਜਿਹੜੀਆਂ ਹੋਰ ਨਿੱਜੀ ਔਰ ਸਹਿਕਾਰੀ ਖੰਡ ਮਿਲਾਂ ਹੈਗੀਆਂ ਨੇ ਉਹਨਾਂ ਦੇ ਵੱਲ ਸੈਂਕੜੇ ਕਰੋੜ ਦਾ ਬਕਾਇਆ ਕਿਸਾਨਾਂ ਦਾ ਖੜਾ ਹੈ। ਸੋ ਇੱਥੇ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਉਹ ਕਹਿੰਦੇ ਹੈਗੇ ਨੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ, ਔਰ ਅੱਜ ਕਿਉਂ ਉਹਨਾਂ ਨੂੰ ਸੜਕਾਂ ਦੇ ਉੱਤੇ ਉਤਰ ਕੇ ਮਜਬੂਰਨ ਧਰਨੇ ਦੇਣੇ ਪਏ ਨੇ। ਅੱਜ ਤੁਸੀਂ ਇੱਥੇ ਧਰਨੇ ਉੱਤੇ ਬੈਠੇ ਹੋ, ਉਹੀ ਮਿਲ ਹੈ ਜਿੱਥੇ ਤੁਸੀਂ ਟਰਾਲੀਆਂ ਲੈ ਕੇ ਆਉਂਦੇ ਹੋ, ਗੰਨੇ ਲੈ ਕੇ ਆਉਂਦੇ ਹੋ, ਆਪਣਾ ਹੱਕ ਲੈਣ ਵਾਸਤੇ ਅੱਜ ਧਰਨੇ ਤੇ ਬੈਠੇ ਹੋ, ਕੀ ਕਹਿੰਦੇ ਹੋ? ਪੰਜਾਬ ਸਰਕਾਰ ਨੇ ਕਿਸਾਨਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਬੜੇ ਵਾਅਦੇ ਕਰਕੇ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਬਣਾਈ ਸੀ। ਜ਼ਿਮੀਂਦਾਰਾਂ ਨਾਲ ਬਹੁਤ ਵੱਡੇ ਵਾਅਦੇ ਕੀਤੇ ਸੀ ਵੀ ਤੁਹਾਡੇ ਸਾਰੇ ਕਰਜ਼ੇ, ਚਾਹੇ ਉਹ ਕੋਆਪਰੇਟਿਵ ਸੁਸਾਇਟੀ ਦਾ ਹੋਵੇ, ਚਾਹੇ ਬੈਂਕਾਂ ਦਾ ਹੋਵੇ, ਚਾਹੇ ਆੜ੍ਹਤੀਆਂ ਦਾ ਹੋਵੇ, ਕਰਜ਼ਾ ਮਾਫ ਕੀਤਾ ਜਾਊਗਾ। ਕਿਸਾਨਾਂ ਨੇ ਉਹਨਾਂ ਦੀ ਗੱਲ ਤੇ ਭਰੋਸਾ ਕਰ ਲਿਆ, ਵੋਟਾਂ ਪਾਤੀਆਂ, ਸਰਕਾਰ ਬਣ ਗਈ ਉਹਨਾਂ ਦੀ। ਪਰ ਅੱਜ ਦੇਖ ਲਓ, ਕਰਜ਼ਾ ਤਾਂ ਕੀ ਮਾਫ ਕਰਨਾ ਸੀ, ਕਰਜ਼ਾ ਮਾਫ ਕਰਨਾ ਤਾਂ ਬਹੁਤ ਦੂਰ ਦੀ ਗੱਲ। ਅੱਜ ਕਿਸਾਨਾਂ ਦਾ ਪੈਸਾ ਕਿਸਾਨਾਂ ਨੂੰ ਨਹੀਂ ਮਿਲ ਰਿਹਾ। ਪਿਛਲੇ 2 ਸਾਲਾਂ ਦਾ ਕਿਸਾਨਾਂ ਦਾ ਗੰਨੇ ਦਾ ਪੈਸਾ ਫਸਿਆ ਆ ਔਰ ਕਿਸਾਨਾਂ ਨੂੰ ਪੈਸਾ ਨਹੀਂ ਮਿਲ ਰਿਹਾ। ਦੂਜੇ ਪਾਸੇ ਇਹ ਵੀ ਸੁਣਨ 'ਚ ਆਇਆ ਵੀ ਉਹ ਕਹਿੰਦੇ ਜੇ ਮਿੱਲਾਂ ਵਾਲੇ ਵੀ ਜੇ ਕਿਸਾਨਾਂ ਨੇ ਪੈਸਾ ਲੈਣਾ ਤਾਂ ਵਿਆਜੂ ਪੈਸਾ 5 ਰੁਪਏ ਸੈਕੜੇ ਤੇ ਪੈਸਾ ਦੇਣ ਨੂੰ ਤਿਆਰ ਆ। ਉਹ ਪੈਸਾ ਫਿਰ ਸਰਕਾਰ ਬੈਂਕਾਂ ਇਹਨਾਂ ਮਿੱਲਾਂ ਵਾਲਿਆਂ ਕੋਲ ਕਿੱਥੋਂ ਆਉਂਦਾ? ਸੋ ਇਹ ਬੜਾ ਵੱਡਾ ਧੋਖਾ ਹੋਇਆ ਕਿਸਾਨਾਂ ਦੇ ਨਾਲ। ਪਿਛਲੇ 2-3 ਸਾਲਾਂ ਤੋਂ ਪੈਸਾ ਨਹੀਂ ਗੰਨੇ ਦਾ ਮਿਲਿਆ। ਸੋ ਇਸ ਲਈ ਅੱਜ ਕਿਸਾਨਾਂ ਨੂੰ ਮਜਬੂਰਨ ਇਹ ਧਰਨਾ ਲਾਉਣਾ ਪਿਆ। ਜਿਵੇਂ ਇੱਕ ਕਿਸਾਨ ਦੱਸ ਰਹੇ ਸਨ ਕਿ ਜਿਹੜੇ ਛੋਟੇ ਛੋਟੇ ਪਿੰਡ ਹੈ 35-35 40-40 ਲੱਖ ਇੱਕ ਪਿੰਡ ਦਾ ਇਸ ਮਿਲ ਦੇ ਵੱਲ ਫਸਿਆ ਹੋਇਆ, ਔਰ 22-23 ਕਰੋੜ ਰੁਪਈਆ ਬਣਦਾ ਹੈ ਜਿਹੜਾ ਇਸ ਮਿਲ ਤੋਂ ਲੈਣਾ ਹੈ। ਪੰਜਾਬ ਦੀਆਂ ਸਹਿਕਾਰੀ ਔਰ ਜਿਹੜੀਆਂ ਨਿੱਜੀ ਖੰਡ ਮਿਲਾਂ ਹੈਗੀਆਂ ਨੇ ਉਹਨਾਂ ਦੇ ਵੱਲ ਸੈਂਕੜੇ ਕਰੋੜ ਰੁਪਈਆ ਜਿਹੜਾ ਬਕਾਇਆ ਖੜਾ ਹੈ। ਗੰਨੇ ਦੀ ਅਦਾਇਗੀ ਨੂੰ ਲੈ ਕੇ ਹਰ ਵਾਰ ਧਰਨੇ ਤੇ ਬੈਠਦੇ ਹੋ, ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ। ਅੱਜ ਲੱਗਦਾ ਕਿ ਅੱਜ ਇਸ ਧਰਨੇ ਦਾ ਕੋਈ ਅਸਰ ਹੋਊਗਾ ਸਰਕਾਰ ਤੇ? ਅਸਰ ਨਹੀਂ ਹੋਗਾ ਸਰਕਾਰ ਤੇ ਜੀ, ਨਾ ਪਹਿਲਾਂ ਹੋਇਆ ਨਾ ਹੁਣ ਹੋਣਾ ਅੱਗੇ ਜੀ। ਇਹ ਤੇ ਕੋਈ ਅਸਰ ਨਹੀਂ ਹੋਣਾ। ਇਹ ਜ਼ਿਮੀਂਦਾਰ ਇਦਾਂ ਹੀ ਰੋਲਨੇ ਆ, ਇਦਾਂ ਹੀ ਗੱਲ ਹੁੰਦੇ ਰਹਿਣੇ ਜੀ। ਹਾਂਜੀ, ਕੋਈ ਅਸਰ ਨਹੀਂ ਹੋਊਗਾ ਸਰਕਾਰ ਤੇ। ਤੁਹਾਡੀ ਕਿੰਨੀ ਕੁ ਪੇਮੈਂਟ ਫਸੀ ਹੈ ਮਿਲ ਵੱਲ? ਮੇਰੀ ਤਕਰੀਬਨ 4 ਪਰਚੀਆਂ ਦੀ ਪੇਮੈਂਟ ਫਸੀ ਪਈ ਆ ਜੀ ਪਿਛਲੇ ਸਾਲ ਦੀ। ਦੋ ਪਿਛਲੇ ਸਾਲ ਦੀ ਜਾਂ 2 ਇਸ ਸਾਲ ਦੀ ਆ ਜੀ। ਹਾਂਜੀ, ਕਿਹੜੀ ਮਿਲ ਤੇ ਗੰਨਾ ਲੈ ਕੇ ਸੀ ਇੱਥੋਂ? ਮੈਂ ਤਕਰੀਬਨ ਭੋਗਪੁਰ ਮਿਲ ਤੇ ਲੈ ਕੇ ਆਉਣਾ ਕਰਨਾ। ਹਾਂਜੀ, ਕਿੰਨੀ ਪੇਮੈਂਟ ਕਿੰਨੀ ਕੁ ਹੋਊਗੀ 4 ਪਰਚੀਆਂ ਦੀ ਅੰਦਾਜ਼ਾ ਕੋਈ ਕਿੰਨੇ ਕੁ ਲੱਖਾਂ ਚ ਹੋਊਗੀ? 2.5 ਲੱਖ ਰੁਪਇਆ ਹੋਊਗਾ ਜੀ। ਹਾਂਜੀ ਹਾਂਜੀ। ਤੇ ਇਹ ਕੀ ਕਹਿੰਦੇ ਕੀ ਹੈ ਜਦੋਂ ਤੁਸੀਂ ਪੇਮੈਂਟ ਦੀ ਗੱਲ ਕਰਦੇ ਹੋ? ਕੀ ਕਿਉਂ ਕਹਿੰਦੇ? ਸੁਣਵਾਈ ਨਹੀਂ ਜੀ, ਕੋਈ ਸੁਣਵਾਈ ਨਹੀਂ ਜੀ। ਹਾਂਜੀ, ਕੋਈ ਸੁਣਵਾਈ ਨਹੀਂ ਹੈਗੀ ਆ। ਜਦੋਂ ਰਕਮ ਫਸ ਜਾਂਦੀ ਹੈ, ਕਿਉਂਕਿ ਜ਼ਿਮੀਂਦਾਰ ਦੀ ਸਾਰੀ ਜਿਹੜੀ ਆਰਥਿਕ ਸਥਿਤੀ ਫਿਰ ਸਾਰੀ ਡਾਵਾਂਡੋਲ ਹੋ ਜਾਂਦੀ ਹੈ, ਘਰ ਦੇ ਖਰਚੇ ਬਿਲਕੁਲ ਡਾਵਾਂਡੋਲ ਆ ਜੀ। ਦੇਖੋ ਜੀ, ਬੈਂਕਾਂ ਤੋਂ ਕਰਜ਼ਾ ਲਿਆ, ਲਿਮਟ ਲਈ ਹੋਈ ਆ। ਬੈਂਕ ਵਾਲੇ ਸਾਨੂੰ ਆ ਕੇ ਤੰਗ ਕਰਦੇ ਆ ਵੀ ਤੁਸੀਂ ਆਪਣੇ ਪੈਸੇ ਉਤਾਰੋ, ਤੇ ਅਸੀਂ ਮਤਲਬ ਕਿ ਨਹੀਂ ਉਤਾਰ ਸਕਦੇ ਆ, ਤੇ ਵੀ ਸਾਨੂੰ ਸ਼ਰਮਿੰਦੇ ਹੋਣਾ ਪੈਂਦਾ ਬੈਂਕ ਸਾਹਮਣੇ ਵੀ। ਸਾਡਾ ਆਪਣਾ ਰੈਪੂਟੇਸ਼ਨ ਖਰਾਬ ਹੁੰਦਾ ਬੈਂਕਾਂ ਦੇ ਕੋਲ। ਬਹੁਤ ਮੰਦੇ ਹਾਲ ਹੋਏ ਪਏ ਆ। ਤੁਸੀਂ ਬਾਪੂ ਜੀ ਕੁਝ ਕਹਿਣਾ ਚਾਹੁੰਦੇ ਹੋ ਅਦਾਇਗੀ ਨੂੰ ਲੈ ਕੇ? ਅਦਾਇਗੀ ਫਸੀ ਆ 2 ਸਾਲ ਤੋਂ ਲਗਾਤਾਰ ਕਰੋੜਾਂ ਰੁਪਈਆ ਖੜਾ ਇਸ ਮੇਲੇ। ਜਿੰਨਾ ਜ਼ਿਮੀਂਦਾਰ ਔਖਾ ਨਾ ਇਹਨਾਂ ਕੋਈ ਨਹੀਂ ਔਖਾ। ਮੇਰੇ ਭਤੀਜੇ ਦਾ 27 ਲੱਖ ਰੁਪਈਆ ਅੱਜ ਤੋਂ 2-3 ਸਾਲ ਇਸ ਮਿਲ 'ਚ ਫਸਿਆ ਆ। ਇਹ ਦੇਣ ਦਾ ਨਾਂ ਨਹੀਂ ਲੈਂਦੇ। ਅਸੀਂ ਦੱਸੋ ਇਹਨਾਂ ਨੇ ਡਾਂਗ ਮਾਰੀਏ? ਜੇ ਲੜਦੇ ਤਾਂ ਪਰਚਾ ਕਰਕੇ ਉਹਦੇ ਤੇ ਤੋਪਾਂ ਕੱਸੀ ਆ, ਉਧਰ ਵੀ ਤੋਪਾਂ ਕੱਸੀਆਂ ਜਿੱਦਾਂ ਜੱਲੇ ਵਾਲੇ ਬਾਜ ਕੱਸੀਆਂ ਸੀ। ਜ਼ਿਮੀਂਦਾਰ ਕਰੇ ਕੀ? ਜਿਹੜੇ ਪ੍ਰਵਾਸੀ ਭਾਰਤੀ ਆ ਆਉਂਦੇ ਗੰਨਾ ਛਿੱਲਣ, ਉਹ ਉਸਲੇ ਟਰਾਲੀ ਲੱਦੋ ਪੈਸੇ ਸਿੱਟੋ। ਬੈਂਕਾਂ ਸਾਡੀਆਂ ਦਾ ਅਸੀਂ ਕਰਜ਼ਾ ਦੇਣਾ, ਉਹ ਕਿੱਥੋਂ ਦੇਈਏ? ਜਿਹੜਾ ਸਾਡੇ ਕੋਲ ਮਾੜਾ ਮੋਟਾ ਸੋਨਾ ਘਰ ਪਿਆ ਸੀ ਉਹ ਵੀ ਅਸੀਂ ਗਹਿਣੇ ਤੜਕੇ ਵੇਚ ਕੇ ਤੇ ਇਹ ਵੀ ਲਾਤਾ। ਮੈਂ 20 ਕਿੱਲੇ ਗੰਨਾ ਹੁਣ ਬੀਜਦਾ, ਮੈਂ ਛੱਡਤਾ ਪਿਛਲੇ ਸਾਲ ਤੋਂ। 20 ਕਿੱਲਾ ਮੈਂ ਗੰਨਾ ਬੀਜਦਾ, ਮੈਂ ਛੱਡ ਦਿੱਤਾ। ਜ਼ਿਮੀਂਦਾਰ ਜਾਵੇ ਕਿੱਥੇ ਨੂੰ? ਉਹ ਵੀ ਟਾਈਮ ਸੀ
ਜਦੋਂ ਵੀਰ ਝੋਲੀ ਅੜ ਕੇ ਕਣਕ ਮੰਗਣ ਜਾਂਦੇ ਹੁੰਦੇ ਸੀ ਬਾਹਰੋਂ, ਕੋਈ ਆਵੇ ਨਾ ਮੰਗਣ ਤਾਂ ਕਹਿੰਦੇ ਇਹ ਭੁੱਖੇ ਦਿਓ। ਜੇ ਅਸੀਂ ਗੰਨਾ ਛੱਡ ਦਈਏ, ਜਿਹੜੇ ਲੋਕੀ ਖੰਡ ਹੁਣ ਪੀਂਦੇ ਆ ਬੱਚੇ ਤੋਂ ਲਾ ਕੇ ਬੁੱਢੇ ਤਾਈਂ, ਉਹ ਕਿੱਥੋਂ ਖਾਣਗੇ? ਗੱਲ ਅਸੀਂ ਇਹ ਕਰ ਰਹੇ ਹਾਂ ਕਿ ਜਿਹੜੀ ਸਰਕਾਰ ਦੇ ਵੱਲੋਂ ਤਾਂ ਕਿਹਾ ਜਾ ਰਿਹਾ ਕਿ ਅਸੀਂ ਕਿਸਾਨਾਂ ਦੀ ਹਿਤੈਸ਼ੀ ਸਰਕਾਰ ਆ, ਕਿਸਾਨਾਂ ਦੀਆਂ ਅਸੀਂ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਾਂ, ਕਰਜ਼ੇ ਮਾਫ ਕਰ ਰਹੇ ਹਾਂ। ਸਾਨੂੰ ਹੱਥ ਲਾਉਣੇ ਹੀ ਅਸੀਂ ਐਂ ਕੰਨਾਂ ਇਹਦਾ ਝੂਠ ਬੋਲੀ ਜਾਂਦੇ ਆ। ਜਿਹੜਾ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਆ, ਉਹ ਆ ਸਾਡੀ ਸਰਕਾਰ, ਉਹ ਆ ਸਾਡੇ ਘਰ ਪੂਰੇ ਕਰਦੀ। ਮੈਂ ਹੁਣ ਗਿਣ ਲੱਗ ਪੈਂਦਾ, ਤੁਸੀਂ ਸੁਣੀ ਜਾਇਓ। ਮਾਮਲੇ ਸਾਡੇ ਮਾਫ ਕੀਤੇ, ਚੁੰਗੀਆਂ ਜਿਹੜੀਆਂ ਗੱਡੇ ਲੈ ਕੇ ਜਾਂਦੇ ਸੀ ਉਹ ਸਾਡੇ ਪੱਠਿਆਂ ਦੇ ਮਾਫ ਕੀਤੇ। ਜਿਹੜਾ ਮੇਰਾ ਗਰੀਬ ਭਰਾ ਲੋਹਾ ਲੈ ਕੇ ਜਾਂਦਾ ਸੀ, ਸਾਈਕਲਾਂ ਤੇ ਜਾਂਦੇ ਆ ਨਾ, ਉਹਨਾਂ ਦੇ ਮਾਫ ਕੀਤੇ। ਸਾਡੇ ਬਿੱਲ ਮਾਫ ਕੀਤੇ, ਸਾਡੇ ਚੁੰਗੀ, ਉਹ ਮੈਂ ਦੱਸ ਚੁੱਕਾ, ਚੁੰਗੀ ਮਾਫ ਹੋ ਗਈ। ਸਾਡੇ ਟਰੈਕਟਰਾਂ ਨੂੰ ਟੈਕਸ ਪੈਣ ਲੱਗੇ, ਉਹ ਬਾਦਲ ਦੇ ਬੱਚੇ ਜੀਣ। ਇਹ ਬਾਦਲ ਨੇ ਬਚਾਇਆ ਸਾਨੂੰ, ਨਹੀਂ ਤਾਂ ਸਾਡੇ ਟੈਕਸ ਹੋਣੇ ਜੇਬ 'ਚ ਹੋਣੀਆਂ, ਆਰਸੀਆਂ ਗਵਾਇਆ ਹੋਣੀਆਂ ਸੀ, ਉਹ ਮਾਫ ਕੀਤੇ। ਖੰਡ, ਪੱਤੀ, ਦਾਲਾਂ, ਜੋ ਵੀ ਉਹ ਗਰੀਬਾਂ ਨੂੰ ਦਿੱਤੀਆਂ ਉਸ ਬੰਦੇ ਨੇ, ਅਸੀਂ ਤਾਂ ਭੁੱਲ ਗਏ। ਖੇਤੀਬਾੜੀ ਮਹਿਕਮਾ ਵੀ ਜਿਹੜਾ ਮੁੱਖ ਮੰਤਰੀ ਕੋਲ ਹੈ, ਮੁੱਖ ਮੰਤਰੀ ਕੋ ਸਭ ਕੁਛ ਹੀ ਆ। ਅਸੀਂ ਨਹੀਂ ਕਹਿੰਦੇ ਕੋਈ ਦਵੇ ਵੀ ਕਿਸੇ ਨੂੰ, ਤੁਹਾਡੇ ਮੈਂ ਪੈਸੇ ਦੇਣੇ ਹੋਣ, ਤੁਸੀਂ ਮੇਰੇ ਨਾਲ ਡਾਂਗ ਚੱਕਣੀ ਆ ਨਾ ਵੀ ਬਈ ਕਰਨਾਸਿਆਂ ਪੈਸੇ ਦੇ, ਸਾਡੇ ਕੋਲ ਪੈਸੇ ਹੈ ਨਹੀਂ, ਕੀ ਕਰੀਏ ਦੱਸੋ? ਗਰੀਬ ਜਨਤਾ ਉਹ ਕੋਈ ਖੁਸ਼ ਨਹੀਂ ਹੈਗੀ। ਤੇ ਸਭ ਤੋਂ ਵੱਡੀ ਗੱਲ ਉਨੀ ਕੀ ਹੈਗੀ ਆ ਵੀ ਜਿਹੜਾ ਪੈਸਾ ਪਿਛਲੇ ਸਾਲ ਦਾ ਵੀ ਅੜਿਆ ਪਿਆ, ਮੇਰਾ ਤਾਂ ਆਪਣਾ 18 ਲੱਖ ਰੁਪਈਆ ਅੜਿਆ ਆ ਮਰਿੰਡੇ ਮਿਲ 'ਚ, ਇਹ ਕੀੜੀ ਮਿਲ 'ਚ, ਤੇ ਉਹਦੇ ਕਰਕੇ ਅਸੀਂ ਘਰ ਤੋਂ ਔਖੇ ਹੈਗੇ ਆ, ਸਾਰੇ ਖਰਚੇ ਤੋਂ ਔਖੇ ਆ। 2 ਸਾਲ ਪਿਛਲਾ ਅੜਿਆ ਪਿਆ ਜਾਂ ਪਿਛਲੇ ਸੀਜ਼ਨ ਦਾ? ਪਿਛਲੇ ਸੀਜ਼ਨ ਦਾ 18-19 ਦਾ ਉਹ ਸਾਰਾ ਪੈਸਾ ਅਭੀ ਤੱਕ ਖੜਾ ਆ। ਜਨਵਰੀ ਦੇ ਪੈਸੇ ਆਏ ਥੋੜ੍ਹੇ ਜਿਹੇ, ਉਹ ਵੀ ਕੀੜੀ ਮਿਲ 'ਚੋਂ, ਬਾਕੀ ਕੀੜੀ ਮਿਲ 'ਚ ਵੀ ਪੈਸੇ ਅੜੇ ਪਏ ਆ। ਤਾਂ ਮਰਿੰਡਾ ਮਿਲ 'ਚ ਇੰਨੀ ਪਰਚੀਆਂ ਦਿੱਤੀਆਂ ਸੀ, ਭੋਗਪੁਰ ਵਾਲਿਆਂ ਨੇ ਮਰਿੰਡਾ ਮਿਲ ਲੈ ਕੇ ਗਏ ਆ। ਮਰਿੰਡਾ ਮਿਲ ਤੁਸੀਂ ਦੇਖੋ ਇੱਥੇ ਕਿੰਨੀ ਦੂਰ ਆ, ਬੰਦੇ ਦਾ ਕੋਈ ਪਤਾ ਨਹੀਂ ਮੁੜ ਕੇ ਆਉਣਾ ਜਾਂ ਨਹੀਂ ਆਉਣਾ। ਇੰਨੀ 150, 200, 250 ਕਿਲੋਮੀਟਰ ਜਾਣਾ, ਜਾ ਕੇ ਫਿਰ ਮੁੜ ਕੇ ਆਉਣਾ। ਤੇ ਉਹ ਤਾਂ ਚਲੋ ਉਸੇ ਵੇਲੇ ਟਰਾਲੀਆਂ ਵਾਪਸ ਆਉਂਦੀਆਂ ਰਹੀਆਂ। ਅਸੀਂ ਕਹਿੰਦੇ ਵੀ ਜੀਆਂ ਦਾ ਆਤਮ ਹੱਤਿਆ ਨਹੀਂ ਹੋਈ, ਕੋਈ ਰਾਹ 'ਚ ਐਕਸੀਡੈਂਟ ਨਹੀਂ ਹੋਇਆ, ਬਚਾਅ ਹੋ ਗਿਆ। ਪਰ ਇਹ ਨਹੀਂ, ਸਾਡੇ ਕੋਲੋਂ ਦੁੱਧ ਲੈਂਦੇ ਆ ਤੇ ਸਾਡਾ ਖੂਨ ਚੂਸਦੇ ਆ ਜੀ। ਤੇ ਤਕਰੀਬਨ ਜਿਹੜਾ ਇਹ ਨਹੀਂ ਆਪਣਾ ਸਾਨੂੰ ਕਰਜ਼ਾ ਮੁਆਫੀ ਲਈ ਲੋਕਾਂ ਨੂੰ ਉਤਸ਼ਾਹ ਦਿੱਤਾ ਸੀਗਾ ਵੀ ਕਰਜ਼ਾ ਮਾਫ ਕਰਾਂਗੇ, ਇਹ ਨਹੀਂ ਉਹ ਕਰਜ਼ਾ ਮਾਫ ਤਾਂ ਕੀ ਕਰਨਾ ਸੀਗਾ, ਜਿੰਨੇ ਉਨੀ ਕੀ ਇਹਨਾਂ ਨੇ ਆਪਣੇ ਮਨ ਦੇ ਵਿੱਚ ਇਹਨਾਂ ਦੇ ਹੈਗੇ ਸੀਗੇ ਵੀ ਅਸੀਂ ਪੈਸੇ ਇੰਨੇ ਦੇਤੇ, ਇੰਨੇ ਕਰੋੜ ਰੁਪਈਆ ਦਿੱਤਾ, ਤੇ ਸਾਡਾ ਤਾਂ ਪੈਸੇ ਦਾ ਵਿਆਜ ਹੀ ਜਾਣੀ ਕਿ ਇਹਦੇ ਨਾਲੋਂ ਜ਼ਿਆਦਾ ਕਰੋੜ ਰੁਪਈਆ, ਕਿੰਨੇ ਕਰੋੜ ਰੁਪਈਆ ਬਣਦਾ ਹੈ। ਤੁਸੀਂ ਦੱਸ ਰਹੇ ਹੋ ਕਿ ਲੱਖਾਂ ਰੁਪਈਆ ਤੁਹਾਡਾ ਫਸਿਆ ਪਿਆ ਇੱਧਰ, ਫਿਰ ਘਰਾਂ ਦੇ ਖਰਚੇ ਕਿਵੇਂ ਮੈਨੇਜ ਹੁੰਦੇ? ਬੜੇ ਔਖੇ ਆ ਜੀ। ਕੋਈ ਮੱਝ ਦਾ ਦੁੱਧ 2 ਕਿਲੋ 4 ਕਿਲੋ ਵੇਚ ਕੇ ਉਹ ਗੁਜ਼ਾਰਾ ਕਰਦਾ ਹੈਗਾ। ਬਹੁਤ ਮੰਦਾ ਹਾਲ ਆ। ਜਿਹੜੇ ਕਿ ਆਪਣੇ ਜ਼ਿਮੀਂਦਾਰਾਂ ਦੀ ਪਰਿਵਾਰ ਛੋਟੇ ਜਿਹੜੇ ਹੈਗੇ ਆ, ਉਹਨਾਂ ਲਈ ਵੀ ਬਹੁਤ ਮਾੜੇ ਪਾਸੇ ਜਾ ਰਹੀ ਹੈ। ਤੇ ਇਹਨਾਂ ਨੂੰ ਮੂੰਹ ਨਹੀਂ ਦਿਖਾਲਦਾ ਕੋਈ ਕਾਂਗਰਸੀ ਲੀਡਰ ਜਾਂਦਾ ਪਿੰਡਾਂ ਵਿੱਚ, ਉਹਨੂੰ ਕੋਈ ਲੋਕ ਚੰਗਾ ਨਹੀਂ ਸਮਝਦੇ। ਸਰਕਾਰ ਦੇ ਵੱਲੋਂ ਇਹੀ ਗੱਲ ਕਰ ਰਹੇ ਕਿ ਉਹ ਕਹਿੰਦੇ ਵੀ ਇਸ ਤਰ੍ਹਾਂ ਕਿਸਾਨਾਂ ਦੇ ਕਰਜ਼ੇ ਮਾਫ ਕਰ ਦਿੱਤੇ ਆ, ਹਰ ਤਰ੍ਹਾਂ ਦੀ ਸਹੂਲਤ ਦੇ ਰਹੇ ਆ, ਹਰ ਤਰ੍ਹਾਂ ਕਿਸਾਨਾਂ ਦੀ ਅਸੀਂ ਜ਼ਰੂਰਤ ਸਮਝਦੇ ਆ। ਝੂਠ ਬੋਲਦੇ ਆ ਕੈਪਟਨ ਸਾਹਿਬ, ਤਾਂ ਨਿਰੇ ਝੂਠੇ ਆ। ਇੱਕ ਦਿਨ ਮੈਂ ਟੀਵੀ ਤੇ ਸੁਣ ਰਿਹਾ ਸੀਗਾ, ਇੱਧਰ ਕਿਤੇ ਹਰਿਆਣੇ ਵੱਲ ਜਾ ਕੇ ਦਿੱਲੀ ਵਿੱਚ ਬੋਲ ਰਹੇ ਸੀਗੇ, ਇੰਨੇ ਸਕੂਲ ਬਣਾਤੇ ਆ, ਇੰਨੇ ਮੈਂ ਕਰਜ਼ੇ ਮਾਫ ਕਰ ਦਿੱਤੇ ਆ। ਮੇਰੇ ਪਿੰਡ ਦੇ ਕਿਸੇ ਦਾ ਕਰਜ਼ਾ ਮਾਫ ਨਹੀਂ ਆ, 2-4 ਘਰਾਂ ਨੂੰ ਛੱਡ ਕੇ, ਜਿਹੜੇ ਉਹ ਵੀ ਥੋੜੇ ਜਿਹੇ ਪੈਸੇ। ਪਰਾਲੀ ਦੀ ਅੱਗ ਲਾਉਣ ਦੀ ਗੱਲ ਸੀਗੀ, ਪਰਾਲੀ ਨੂੰ ਅੱਗ ਨਾ ਲਾਓ, ਪਰਾਲੀ ਨੂੰ ਜ਼ਿਮੀਂਦਾਰਾਂ ਨੇ ਅੱਗ ਨਹੀਂ ਲਾਈ। ਬਹੁਤੇ ਤਾਂ ਜ਼ਮੀਨ ਹੈਗੀ ਆ ਠੇਕੇ ਵਾਲੀ ਜ਼ਮੀਨ, ਇਹ ਲੈ ਰਿਹਾ ਜੀ ਅਸੀਂ ਦੇਵਾਂਗੇ। ਜਿਹੜੇ ਜ਼ਮੀਨਾਂ ਵਾਲੇ ਮਾਲਕ ਆ ਉਹਨਾਂ ਨੂੰ, ਮਾਲਕ ਤਾਂ ਸਾਰੇ ਠੇਕੇ ਲੈ ਕੇ ਪਹਿਲਾਂ ਕੈਨੇਡਾ 'ਚ ਬੈਠੇ ਆ, ਜੋ ਮਾਲਕ ਉਹ ਸਾਰੇ ਕੈਨੇਡਾ ਜਾ ਕੇ ਬੈਠੇ, ਕੋਈ ਇੰਗਲੈਂਡ ਬੈਠਾ ਆ। ਜਿਹੜੇ ਕਰਤੇ ਆ ਜ਼ਮੀਨ ਨੂੰ ਵਾਹੁੰਦੇ ਆ ਠੇਕੇ ਤੇ, ਉਹ ਲੋਕਾਂ ਦੀ ਹਾਲਤ ਬੜੀ ਮਾੜੀ ਆ। ਨਾ ਤਾਂ ਸਰਕਾਰ ਪੈਸਾ ਦੇ ਰਹੀ ਆ, ਨਾ ਉਹ ਉਸ ਬਹਾਨੇ ਨੇ ਜਿਹੜੇ ਸਾਨੂੰ ਅੱਗ ਲਾਉਣ ਤੋਂ ਰੋਕਿਆ ਸੀ ਪਰਾਲੀਆਂ ਨੂੰ। ਅਸੀਂ ਘੱਟ ਤੋਂ ਘੱਟ 5-5 ਹਜ਼ਾਰ ਰੁਪਇਆ ਕਿੱਲੇ ਦਾ ਸਾਨੂੰ ਖਰਚਾ ਆਇਆ, ਅਸੀਂ ਉਹ 5-5 ਹਜ਼ਾਰ ਰੁਪਇਆ ਕਿੱਲੇ ਦਾ ਕੋਲੋਂ ਖਰਚ ਕੀਤਾ, ਸਾਨੂੰ ਕੋਈ ਪੈਸਾ ਨਹੀਂ ਆਇਆ। ਤੁਹਾਡੇ ਜਾਂ ਤੁਹਾਡੇ ਜਿਹੜੇ ਹਲਕੇ ਦੇ ਹੋਰ ਕਿਸਾਨ ਵੀਰ ਹੋਣਗੇ, ਕਿੰਨੀ ਕੁ ਪੇਮੈਂਟ ਜਿਹੜੀ ਆ ਫਸੀ ਹੈਗੀ ਆ ਮਿਲਾਂ? ਕਰੀਬਨ 2200 ਕਰੋੜ ਰੁਪਈਆ ਮਿਲਾਂ ਦਾ ਆਪਾਂ ਜਿਹੜਾ ਇਸ ਮਿਲ ਦਾ ਸਰਕਾਰੀ ਮਿਲਦਾ, ਜਦ ਕਿ ਜਿਹੜਾ ਮੇਰਾ ਹੀ ਆ ਕੋਈ 5 ਲੱਖ ਦੇ ਲਾਗੇ ਭਾਗੇ ਆ। ਮਰਿੰਡੇ ਮੈਂ ਪਿਛਲੇ ਸਾਲ ਗਿਆ, ਜੋ ਕਿ 18,000 ਰੁਪਈਆ ਇੱਕ ਟਰਾਲੀ ਨੂੰ ਖਰਚਾ ਆਇਆ, ਲੇਬਰ ਤਾਂ ਡੀਜ਼ਲ ਦਾ, ਉਹ ਅਸੀਂ ਪਿਛਲੇ ਸਾਲ ਕੋਲੋਂ ਲਿਆ। 5 ਟਰਾਲੀਆਂ ਮੈਂ ਉੱਥੇ ਭੇਜੀਆਂ,
4-5 ਟਰਾਲੀਆਂ ਨਕੋਦਰ ਮਿਲ 'ਚ ਭੇਜੀਆਂ, ਜਦ ਕਿ ਪਰਚੀਆਂ ਭੋਗਪੁਰ ਮਿਲ ਨੇ ਦਿੱਤੀਆਂ ਸੀ। ਬਾਕੀ ਭੋਗਪੁਰ ਮਿਲ ਵਾਲਿਆ ਇਹਨਾਂ ਨੇ ਸਾਨੂੰ ਕੋਈ ਪੈਸਾ ਨਹੀਂ ਦਿੱਤਾ। ਅਸੀਂ ਕੰਗਾਲ ਹੋਏ ਹਾਂ, ਸਾਡੇ ਕੋਲ ਕੋਈ ਪੈਸਾ ਨਹੀਂ। ਲੇਬਰਾਂ ਸਾਡੀਆਂ ਗੁੱਸੇ ਹੋ ਕੇ ਜਾਈ ਜਾਂਦੀਆਂ। ਐਤਕੀ ਵੀ ਜਦੋਂ ਦੀਆਂ ਮਿਲਾਂ ਚੱਲੀਆਂ ਹਾਲੇ ਤੱਕ ਕੋਈ ਪਰਚੀ ਦਾ ਪੈਸਾ ਨਹੀਂ ਆਇਆ ਸਾਨੂੰ। ਸਰਕਾਰ ਨੂੰ ਕੁਝ ਕਹਿਣਾ ਚਾਹੁੰਦੇ ਹੋ ਸਾਡੇ ਮਾਧਿਅਮ ਰਾਹੀਂ? ਸਰਕਾਰ ਨੂੰ ਇਹੋ ਕਹਿਣਾ ਚਾਹਾਂਗੇ ਵੀ ਸਾਡੇ ਪਿਛਲੇ ਪੈਸੇ ਦਿਵਾਓ, ਗਾਹਾਂ ਦੇ ਪੈਸੇ ਮਿਲਦੇ ਦਿਵਾਓ, ਜੋ ਕਿ ਸਾਡੇ, ਜੇ ਸਾਨੂੰ ਤੁਸੀਂ ਮਦਦ ਨਹੀਂ ਕਰ ਸਕਦੇ ਘੱਟ ਤੋਂ ਘੱਟ ਸਾਡੀ ਇਹ ਮਦਦ ਕਰੋ, ਸਾਡੇ ਪੈਸੇ ਸਾਨੂੰ ਦੇ ਦਿਓ, ਅਸੀਂ ਮਾੜਾ ਮੋਟਾ ਆਪਣਾ ਗੁਜ਼ਾਰਾ ਕਰ ਸਕੀਏ। ਨਹੀਂ ਤਾਂ ਅਸੀਂ ਆਪਣੀ ਜ਼ਮੀਨਾਂ ਵੇਚਣ ਤੇ ਮਜਬੂਰ ਆ, ਕੋਈ ਪਸ਼ੂ ਵੇਚਣ ਤੇ ਮਜਬੂਰ ਆ, ਕੋਈ ਟਰੈਕਟਰ ਵੇਚ ਕੇ ਆਪਣਾ ਗੁਜ਼ਾਰਾ ਕਰਨ ਰਹੇ ਆ। ਲੋਕਾਂ ਜਿਹੜੀਆਂ ਸਰਕਾਰੀ ਮਿਲਣਾਂ ਦੇ ਅਸੀਂ ਪੈਸੇ, ਸਰਕਾਰੀ ਬੈਂਕਾਂ ਦੇ ਪੈਸੇ ਅਸੀਂ ਦੇਣੇ ਆ, ਬੈਂਕਾਂ ਵਾਲੇ ਸਾਨੂੰ ਤੰਗ ਕਰ ਰਹੇ ਆ, ਸਾਡਾ ਪੈਸਾ ਨਹੀਂ ਕੋਈ ਮਿਲ ਰਿਹਾ। ਗੰਨੇ ਦੀ ਅਦਾਇਗੀ ਨੂੰ ਲੈ ਕੇ ਭੋਗਪੁਰ ਸਹਿਕਾਰੀ ਖੰਡ ਮਿਲ ਦੇ ਬਾਹਰ ਜਿਹੜਾ ਧਰਨਾ ਦਿੱਤਾ ਜਾ ਰਿਹਾ ਉਸ ਦਾ ਜ਼ਿਕਰ ਕਰ ਰਿਹਾ। ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮੌਜੂਦ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਸ ਧਰਨੇ ਨੂੰ ਅੰਜਾਮ ਦਿੱਤਾ ਗਿਆ। ਪਵਨ ਕੁਮਾਰ ਟੀਨੂ ਹੋਣਾ ਦੇ ਨਾਲ ਪਹਿਲਾਂ ਗੱਲਬਾਤ ਕਰ ਲੈਂਦੇ ਹਾਂ। ਭਾਜੀ, ਤੁਹਾਡੇ ਹਲਕੇ ਦੀ ਇਹ ਮਿਲ ਹੈ, ਮਜਬੂਰਨ ਅੱਜ ਇੱਕ ਵਾਰ ਫਿਰ ਕਿਸਾਨ ਗੰਨੇ ਦੀ ਅਦਾਇਗੀ ਨੂੰ ਲੈ ਕੇ ਧਰਨੇ ਤੇ ਬੈਠੇ ਨੇ। ਕੀ ਕਹਿਣਾ ਚਾਹੁੰਦੇ ਹੋ ਜਿਹੜੀ ਅੱਜ ਦੀ ਰੂਪਰੇਖਾ ਰਹੀ ਹੈ? ਦੇਖੋ, ਪੂਰੇ ਪੰਜਾਬ 'ਚ ਕਿਸਾਨ ਜਿਹੜਾ ਆ ਬਹੁਤ ਬੁਰੇ ਹਾਲਾਤ 'ਚ ਹੈ। ਸਰਕਾਰ ਪਿਛਲੇ ਸਾਲ ਦਾ ਗੰਨੇ ਦਾ ਪੈਸਾ ਜਿਹੜਾ ਆ ਉਹ ਕਿਸਾਨਾਂ ਨੂੰ ਨਹੀਂ ਦੇ ਰਹੀ, 2018-19 ਦਾ, ਤੇ 300 ਕਰੋੜ ਰੁਪਈਆ ਕਰੀਬ ਪੰਜਾਬ 'ਚ ਸਰਕਾਰੀ ਤੇ ਪ੍ਰਾਈਵੇਟ ਮਿੱਲਾਂ ਦਾ ਬੈਲੈਂਸ ਆ। ਇਸ ਮਿਲ ਦਾ, ਭੋਗਪੁਰ ਸ਼ੂਗਰ ਮਿਲ ਦਾ, ਲਗਭਗ 22.5 ਕਰੋੜ ਰੁਪਈਆ ਜਿਹੜਾ ਕਿਸਾਨਾਂ ਦਾ, ਜਿਹੜੇ ਅੱਜ ਕਿਸਾਨ ਧਰਨੇ ਤੇ ਬੈਠੇ ਇਹਨਾਂ ਦਾ ਆ। ਕਿਸਾਨ ਨੂੰ ਆਪਣੀ ਅਗਲੀ ਫਸਲ ਬੀਜਣ ਵਾਸਤੇ ਫਿਰ ਦੁਬਾਰਾ ਕਰਜ਼ੇ ਲੈਣੇ ਪੈ ਰਹੇ, ਬਲਕਿ ਇਹੀ ਸਰਕਾਰੀ ਮਿਲ ਕਹਿ ਰਹੀ ਉਹਨਾਂ ਨੂੰ, ਕਿਸਾਨਾਂ ਨੂੰ, ਵੀ ਤੁਸੀਂ ਸਾਡੇ ਕੋਲੋਂ 5% ਵਿਆਜ ਤੇ ਫਸਲ ਬੀਜਣ ਲਈ ਲੋਨ ਲੈ ਲਓ, ਉਹਦਾ ਆਪਣਾ ਪੈਸਾ ਨਹੀਂ ਦੇ ਰਹੀ। ਇਹ ਮੈਂ ਪੁੱਛਣਾ ਚਾਹੁੰਦਾ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਤੁਸੀਂ 2017 ਦੀਆਂ ਵਿਧਾਨ ਸਭਾ ਚੋਣਾਂ 'ਚ ਕਹਿੰਦੇ ਸੀ ਬਈ ਅਸੀਂ ਫਸਲ ਦੀ ਪੂਰੀ ਰਕਮ ਦੇਵਾਂਗੇ, ਤੇ ਤੁਸੀਂ ਪੂਰੀ ਕੀ ਫਸਲ ਦੀ ਰਕਮ ਦੇਣੀ ਆ? ਤੁਸੀਂ ਹਰਿਆਣੇ ਤੋਂ ਵੀ ਘੱਟ ਪੈਸੇ ਦੇ ਰਹੇ ਗੰਨੇ ਦੇ, ਤੁਸੀਂ ਉੱਤਰ ਪ੍ਰਦੇਸ਼ ਤੋਂ ਵੀ ਘੱਟ ਪੈਸੇ ਦੇ ਰਹੇ ਆ, ਤੁਸੀਂ ਮਿੱਲਾਂ ਦੇ ਵਿੱਚ ਵੀ ਭੇਦਭਾਵ ਕਰਦੇ ਆ। ਸਰਕਾਰੀ ਮਿੱਲਾਂ 'ਚ ਕੈਲੰਡਰ ਵਿੱਚ ਛੇੜਛਾੜ ਕੀਤੀ ਜਾ ਰਹੀ ਆ। ਉਹ ਕਿਸ ਤਰੀਕੇ ਨਾਲ? ਜਿਹੜੇ ਆਮ ਕਿਸਾਨ ਆ ਉਹਨਾਂ ਨੂੰ ਵਿਚਾਰਿਆਂ ਨੂੰ ਪਰਚੀ ਨਹੀਂ ਮਿਲ ਰਹੀ, ਔਰ ਜਿਹੜੇ ਸਿਫਾਰਸ਼ੀ ਇਹਨਾਂ ਦੇ ਕਾਂਗਰਸੀ ਆ ਉਹ ਮਗਰੋਂ ਆਉਂਦੇ ਆ, ਪਹਿਲਾਂ ਗੰਨਾ ਸਿੱਟ ਕੇ ਤਿੱਤਰ ਹੁੰਦੇ ਆ। ਇਹ ਜ਼ਿਆਦਤੀ ਆ, ਭੇਦਭਾਵ ਆ ਇਹ, ਔਰ ਇਹਦੇ ਉੱਤੇ ਜਾਂਚ ਹੋਣੀ ਚਾਹੀਦੀ ਆ। ਇਹ ਅੱਜ ਦਾ ਜਿਹੜਾ ਧਰਨਾ ਸੀਗਾ ਇਹ ਸੰਕੇਤਕ ਸੀਗਾ ਜਾਂ ਅਗਲੇ ਦਿਨਾਂ ਦੀ ਕੀ ਰੂਪਰੇਖਾ ਰਹਿਣ ਵਾਲੀ? ਦੇਖੋ, ਇਹ ਸ਼ੁਰੂਆਤ ਕੀਤੀ ਆ ਅਕਾਲੀ ਦਲ ਨੇ ਭੋਗਪੁਰ ਤੋਂ, ਜੋ ਸਾਡੀ ਪਾਰਟੀ 'ਚ ਫੈਸਲਾ ਹੋਇਆ ਸੀ। ਇਦੋਂ ਬਾਅਦ ਨਕੋਦਰ ਵੀ ਔਰ ਫਗਵਾੜੇ ਵੀ, ਨਵਾਂ ਸ਼ਹਿਰ ਵੀ, ਸਾਰੀਆਂ ਮਿੱਲਾਂ ਤੇ ਧਰਨੇ ਦੇਵਾਂਗੇ ਜੇ ਸਰਕਾਰ ਨੇ ਤੁਰੰਤ ਪੇਮੈਂਟ ਜਿਹੜੀ ਆ ਉਹ ਜਾਰੀ ਨਾ ਕੀਤੀ। ਤੇ ਜੇ ਇਸ ਤੋਂ ਵੀ ਤਿੱਖਾ ਕੋਈ ਪ੍ਰੋਗਰਾਮ ਦੇਣਾ ਪਿਆ ਸਰਕਾਰ ਦੇ ਖਿਲਾਫ, ਕਿਸਾਨ ਬੜੇ ਤੰਗ ਆ, ਬੜੇ ਪਰੇਸ਼ਾਨ ਆ, ਔਰ ਕੈਪਟਨ ਅਮਰਿੰਦਰ ਸਿੰਘ ਇਹਨਾਂ ਦਾ ਇਮਤਿਹਾਨ ਨਾ ਲਵੇ, ਤੁਰੰਤ ਪੈਸੇ ਜਾਰੀ ਕਰੇ। ਠੀਕ ਹੈ ਜੀ। ਤਾਂ ਪਵਨ ਕੁਮਾਰ ਟੀਨੂ ਹੁਣੀ ਕਹਿ ਰਹੇ ਨੇ ਕਿ ਉਹ ਇਸੇ ਤਰੀਕੇ ਨਾਲ ਨੁਮਾਇੰਦਗੀ ਜਿਸ ਤਰੀਕੇ ਨਾਲ ਕਰ ਰਹੇ ਨੇ, ਅਗਲੇ ਦਿਨਾਂ 'ਚ ਸੰਘਰਸ਼ ਕਿਸਾਨਾਂ ਦਾ ਇਸੇ ਤਰੀਕੇ ਨਾਲ ਦੇਖਣ ਨੂੰ ਮਿਲਣ ਵਾਲਾ ਹੈਗਾ। ਕੁਝ ਕਿਸਾਨ ਹੋਰ ਜਿਹੜੇ ਸਾਡੇ ਨਾਲ ਇੱਥੇ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕੀ ਅਸਲੀ ਸਥਿਤੀ ਹੈਗੀ ਹੈ, ਕਿਉਂਕਿ ਗਰਾਊਂਡ ਦੇ ਉੱਤੇ ਜਦੋਂ ਕਿਸਾਨ ਵਿਚਰਦੇ ਨੇ, ਇਸ ਮਿਲ ਦੀ ਆਪਾਂ ਖਾਸ ਤੌਰ ਤੇ ਗੱਲ ਕਰੀਏ ਜਾਂ ਜਿਹੜੇ ਕਿਸਾਨੀ ਮਸਲੇ ਹੈਗੇ ਉਹਨਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਸਰਕਾਰ ਦੇ ਵੱਲੋਂ ਦਾਅਵੇ ਤਾਂ ਬੜੇ ਵੱਡੇ ਕੀਤੇ ਜਾਂਦੇ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਹੈ, ਇਸ਼ਤਿਹਾਰ ਬੜੇ ਵੱਡੇ ਦਿੱਤੇ ਜਾਂਦੇ ਨੇ, ਪਰ ਗਰਾਊਂਡ ਰਿਐਲਿਟੀ ਕੀ ਹੈਗੀ ਹੈ, ਕੀ ਕਹਿਣਾ ਚਾਹੁੰਦੇ? ਜਿਹੜੀ ਜ਼ਮੀਨੀ ਹਕੀਕਤ ਹੈ ਉਹ ਇਹ ਆ ਕਿ ਜਿਹੜਾ 2018 ਤੇ 19 ਦਾ ਬਕਾਇਆ ਰਾਸ਼ੀ ਆ ਉਹ ਭੋਗਪੁਰ ਦੀ ਸਰਕਾਰੀ ਮਿੱਲ ਵਾਲੀ 22.5 ਕਰੋੜ ਦੇ ਲਗਭਗ ਖੜਾ ਆ, ਤੇ ਕਿਸਾਨਾਂ ਨੂੰ ਇਹ ਗੰਨਾ ਬੀਜਣ ਲਈ ਲੋਨ ਦੇ ਰਿਹਾ, ਉਹਦੇ ਤੇ ਵਿਆਜ ਵਸੂਲ ਕਰ ਰਹੇ ਆ। ਸਾਡੀ ਜਿਹੜੀ ਰਕਮ ਹੈ ਉਹ ਸਾਨੂੰ ਨਹੀਂ ਦੇ ਰਹੇ, ਤੇ ਨਵਾਂ ਸੀਜ਼ਨ ਜਿਹੜਾ ਆ ਉਹ ਸਮਾਪਤੀ ਦੇ ਤੌਰ ਤੇ ਆ ਗਿਆ, ਉਹਦਾ ਵੀ 15.5 ਕਰੋੜ ਜਿਹੜਾ ਰੁਪਈਆ ਖੜਾ ਹੋ ਗਿਆ ਆ। ਜੇ ਸਰਕਾਰੀ ਤੇ ਪ੍ਰਾਈਵੇਟ ਮਿੱਲਾਂ ਦਾ ਦੋਨਾਂ ਦਾ ਪੰਜਾਬ ਦਾ ਰਲਾਇਆ ਜਾਵੇ, ਪਿਛਲੇ ਸਾਲ ਦਾ ਤਾਂ ਹੁਣ ਦਾ 650 ਕਰੋੜ ਦੇ ਲਗਭਗ ਜਿਹੜਾ ਕਿਸਾਨਾਂ ਦਾ ਬਕਾਇਆ ਰਾਸ਼ੀ ਆ ਉਹ ਇਹਨਾਂ ਵੱਲ ਖੜੀ ਆ। ਅੱਜ ਕਿਸਾਨ ਇੰਨਾ ਕੀ ਦੁਖੀ ਹੋ ਚੁੱਕਾ ਆ, ਉਸ ਦੇ ਕੋਲ ਆਪਣਾ ਰਾਸ਼ਨ ਲਿਆਉਣ ਲਈ ਪੈਸਾ ਨਹੀਂ, ਦੁਕਾਨਦਾਰ ਕਿਸਾਨ ਦੇ ਨਾਲ ਆਧਾਰ ਨਹੀਂ ਕਰ ਰਿਹਾ, ਕਿਉਂਕਿ ਕਿਸਾਨ ਦਾ ਹਾਲਾਤ ਬਹੁਤ ਮਾੜਾ ਹੋ ਚੁੱਕਾ ਆ। ਕਿਸਾਨ ਖੁਦਕੁਸ਼ੀਆਂ ਦੇ ਰਾਹ ਵੱਲ ਪੈ ਰਿਹਾ, ਪਰ ਅੱਜ 3 ਤੋਂ 4 ਤੋਂ 5 ਰੇੜੀਆਂ ਰੋਜ਼ ਦੀਆਂ ਖੁਦਕੁਸ਼ੀਆਂ ਕਿਸਾਨਾਂ ਦੀਆਂ ਹੋ ਰਹੀਆਂ। ਆਉਣ ਵਾਲੇ ਦਿਨਾਂ ਦੇ ਵਿੱਚ ਬਜਟ ਸੈਸ਼ਨ ਹੋਣਾ ਹੈ ਸਰਕਾਰ ਦਾ, ਖੇਤੀਬਾੜੀ ਸੈਕਟਰ ਨੂੰ ਕਾਫੀ ਉਮੀਦਾਂ ਹੁੰਦੀਆਂ ਨੇ, ਕਿਉਂਕਿ ਖੇਤੀਬਾੜੀ ਮਹਿਕਮਾ ਖੁਦ ਮੁੱਖ ਮੰਤਰੀ ਸਾਹਿਬ ਦੇ ਕੋਲ ਹੈ, ਕੋਈ ਆਸ ਉਮੀਦ ਨਜ਼ਰ ਆਉਂਦੀ ਹੈ? ਦੇਖੋ, ਜੇ ਮੌਕੇ ਦੀ ਕਾਂਗਰਸ ਦੀ ਸਰਕਾਰ ਦੀ ਗੱਲ ਕਰੀਏ ਤਾਂ ਕੋਈ ਉਮੀਦ ਸਾਨੂੰ ਨਜ਼ਰ ਨਹੀਂ ਆਉਂਦੀ, ਕਿਉਂਕਿ ਇੱਕ ਤੇ ਜਿੱਥੋਂ ਤੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਹੈ, ਉਹਨਾਂ ਦਾ ਧਿਆਨ ਬਿਲਕੁਲ ਪੰਜਾਬ ਨੂੰ ਚਲਾਉਣ ਵੱਲ ਹੈ ਨਹੀਂ, ਤੇ ਦੂਸਰਾ ਜਿਹੜੇ ਖਜ਼ਾਨਾ ਮੰਤਰੀ ਆ ਬਣਾਏ ਉਹ ਇਹ ਕਹਿ ਰਹੇ ਆ ਪਿਛਲੇ ਲੰਮੇ ਸਮੇਂ ਤੋਂ 3 ਸਾਲ ਹੋ ਗਏ ਕਾਂਗਰਸ ਸਰਕਾਰ ਨੂੰ ਖਜ਼ਾਨਾ ਬਿਲਕੁਲ ਖਾਲੀ ਆ। ਇੱਕ ਤੇ
ਫਸਲਾਂ ਦਾ ਜਿਹੜਾ ਰੇਟ ਹੈ ਉਹ ਵਧਣਾ ਚਾਹੀਦਾ। ਦੇਖੋ ਕਿਸਾਨਾਂ ਨੂੰ ਗੰਨੇ ਦਾ ਜਿਹੜਾ ਭਾਅ ਆ ਬਾਕੀ ਸੂਬਿਆਂ ਦੇ ਮੁਤਾਬਕ ਪੰਜਾਬ 'ਚ ਸਭ ਤੋਂ ਘੱਟ ਮਿਲ ਰਿਹਾ। ਪੰਜਾਬ ਸਰਕਾਰ ਜੇ ਬਜਟ 'ਚ ਕੁਝ ਰਾਹਤ ਦੇਣਾ ਚਾਹੁੰਦੀ ਹੈ ਕਿਸਾਨਾਂ ਤੋਂ, ਉਹਨੂੰ ਚਾਹੀਦਾ ਵੀ ਜਿਹੜੇ ਗੰਨੇ ਦੀ ਰਕਮ ਆ ਜਾਂ ਗੰਨੇ ਦੀ ਇੱਕ ਬਕਾਇਆ ਰਾਸ਼ੀ ਆ ਉਹ ਤੁਰੰਤ ਜਾਰੀ ਕੀਤੀ ਜਾਵੇ। ਗੰਨੇ ਦਾ ਜੋ ਰੇਟ ਆ ਆਉਣ ਵਾਲੀ ਜਿਹੜੀ ਫਸਲ ਆ ਉਹਦਾ ਜਿਹੜਾ ਰੇਟ ਜਿਹੜਾ ਉਹ ਵਧਾਇਆ ਜਾਵੇ। ਮੰਤਰੀ ਸਾਹਿਬ ਵੀ ਪਿਛਲੇ ਦਿਨਾਂ 'ਚ ਗੇੜਾ ਮਾਰ ਕੇ ਗਏ ਸੀ ਇੱਥੇ, ਸਹਿਕਾਰਤਾ ਮੰਤਰੀ, ਉਹ ਨਵੀਨੀਕਰਨ ਦਾ ਮੇਰੇ ਖਿਆਲ ਪ੍ਰੋਜੈਕਟ ਵੇਖਣ ਆਏ ਸੀ। ਉਹ ਬੜੀ ਹਾਸੋਹੀਣੀ ਗੱਲ ਲੱਗੀ ਸੀ ਸਾਨੂੰ, ਕਿਉਂਕਿ ਮੰਤਰੀ ਸਾਹਿਬ ਮੌਕੇ ਦੀ ਸਰਕਾਰ ਦੇ ਮੰਤਰੀ ਸਾਹਿਬ ਇੱਥੇ ਮੌਕਾ ਦੇਖਣ ਆਏ ਸੀ ਔਰ ਉਹਨਾਂ ਨੇ ਇੱਕ ਕਿਹਾ ਕਿ ਇੱਕ ਬੋਇਲਰ ਜਿਹੜਾ ਆ ਉਸ ਦਿਨ ਉਹਨੂੰ ਕੰਪਲੀਟ ਕਰਕੇ ਚਾਲੂ ਵੀ ਕਰ ਦਿੱਤਾ। ਲੇਕਿਨ ਮੈਂ ਇਸ ਗੱਲ ਤੇ ਹੈਰਾਨ ਆ, ਕਿਉਂਕਿ ਮੈਂ ਵੀ 5 ਸਾਲ ਇਸੇ ਮਿਲ 'ਚ ਡਾਇਰੈਕਟਰ ਰਿਹਾ ਔਰ ਮੈਂ ਇਸ ਗੱਲ ਤੇ ਹੈਰਾਨ ਆ, ਜੇ ਇੱਕ ਬੋਇਲਰ ਨੂੰ ਹੀ ਆਪਾਂ ਸਿਰਫ ਫੋਟੋ ਹੀ ਖਿਚਾਉਣ ਆਉਣਾ ਸੀ ਤੇ ਉਹ ਕੋਈ ਪਰਪਸ ਹੱਲ ਨਹੀਂ ਹੁੰਦਾ। ਮਿੱਲ ਦਾ ਨਵੀਨੀਕਰਨ ਕੰਪਲੀਟ ਹੋਵੇ ਔਰ ਮਿੱਲ ਜਿਹੜੀ ਆ ਜਲਦੀ ਚਲਾਈ ਜਾਵੇ, ਨਵਾਂ ਸੀਜ਼ਨ ਜਲਦੀ ਚਲਾਇਆ ਜਾਵੇ, ਨਵਾਂ ਪਲਾਂਟ ਚਲਾਇਆ ਜਾਵੇ। ਲੇਕਿਨ ਜੋ ਇਸ ਵੇਲੇ ਹਾਲਾਤ ਆ, ਫਰਵਰੀ ਮਹੀਨਾ ਤਕਰੀਬਨ ਪੂਰਾ ਹੋ ਚੱਲਿਆ, ਮਾਰਚ ਮਹੀਨਾ ਮਿਲ ਚੱਲਣੀ ਆ ਔਰ ਇੰਨਾ ਗੰਨਾ ਜਿਹੜਾ ਨਾ ਤੇ ਇਹਨਾਂ ਨੇ ਕੋਈ ਸਰਪਲਸ ਗੰਨਾ ਰੱਖਿਆ ਕਿ ਲਓ ਜੀ ਮਿਲ ਦਾ ਜਿਹੜਾ ਹੈਗਾ ਉਹ 100% ਕੰਮ ਹੋ ਜਾਣਾ ਤੇ ਉਸ ਤੋਂ ਬਾਅਦ ਅਸੀਂ ਜਿਹੜਾ ਇਹਦਾ ਟ੍ਰਾਇਲ ਲੈ ਲੈਣਾ। ਸੋ ਇਸ ਕਰਕੇ ਸਾਨੂੰ ਆਸ ਨਹੀਂ ਵੀ ਇਹ ਸੀਜ਼ਨ ਵੀ ਮਿਲ ਚੱਲੂਗੀ ਨਵੀਂ। ਅੱਛਾ ਭਾਜੀ, ਅਸੀਂ ਜਦੋਂ ਜ਼ਿਕਰ ਕਰ ਰਹੇ ਸਾਂ ਜਿਹੜੇ ਉਮਰਦਰਾਜ ਕਿਸਾਨ ਬੈਠੇ ਸਨ, ਜ਼ਿਮੀਂਦਾਰ ਬੈਠੇ ਸੀ ਜਿਹੜੇ ਗੰਨਾ ਸੁੱਟਦੇ ਆ, ਲੱਖਾਂ ਰੁਪਈਆ, ਕਿਸੇ ਦਾ 27 ਲੱਖ ਆ, ਕਿਸੇ ਦਾ 30 ਲੱਖ ਆ, ਕਿਸੇ ਦਾ 35 ਲੱਖ ਆ, ਐਵੇਂ ਰਕਮਾਂ ਫਸੀਆਂ ਹੋਈਆਂ ਨੇ। ਜਿਹੜੇ ਨੌਜਵਾਨ ਆ ਉਹ ਵੀ ਫਿਰ ਹਤਾਸ਼ ਹੁੰਦੇ ਨੇ, ਨਿਰਾਸ਼ਾ ਪੱਲੇ ਪੈਂਦੀ ਹੈ। ਅਜਿਹੀਆਂ ਨੀਤੀਆਂ ਦੇ ਵਿੱਚ ਜਿਹੜਾ ਸਾਡਾ ਸਿਸਟਮ ਹੈਗਾ, ਕਿਸਾਨੀ ਦਾ ਭਵਿੱਖ ਕੀ ਨਜ਼ਰ ਆਉਂਦਾ? ਫਿਰ ਨੌਜਵਾਨ ਤਾਂ ਕਿਸਾਨੀ ਵੱਲ ਆਉਣਗੇ ਨਹੀਂ ਜੇਕਰ ਇਹ ਹਾਲਾਤ ਰਹਿਣਗੇ। ਦੇਖੋ ਕਿਸਾਨ ਵੀ ਜਿਹੜੇ ਆ, ਉਹ ਜਿਹੜਾ ਨੌਜਵਾਨ ਵੀ ਆਪਣੇ ਬਜ਼ੁਰਗਾਂ ਨੂੰ ਦੇਖਦਾ। ਹਰੇਕ ਪਰਿਵਾਰ ਦੇ ਵਿੱਚ ਜਿੱਥੇ ਬਜ਼ੁਰਗ ਹੁੰਦੇ ਆ ਉੱਥੇ ਨੌਜਵਾਨ ਹੁੰਦੇ ਆ। ਬਜ਼ੁਰਗਾਂ ਵੱਲੋਂ ਹੀ ਸੇਧ ਲੈਂਦੇ ਆ ਕਿ ਸਾਨੂੰ ਕਿਹੜੇ ਕਿੱਤੇ ਕਰਨੇ 'ਚ ਲਾਹੇਵੰਦ ਰਹਿੰਦੇ ਆ। ਜਦੋਂ ਨੌਜਵਾਨਾਂ ਨੂੰ ਇਹ ਪਤਾ ਲੱਗੂਗਾ ਕਿ ਸਾਡੇ ਬਜ਼ੁਰਗਾਂ ਨੇ ਇੰਨੀ ਮਿਹਨਤ ਕਰਕੇ, ਕਿਉਂਕਿ ਕੋਈ ਵੀ ਆਪਾਂ ਚੀਜ਼ ਪੈਦਾ ਕਰਦੇ ਆ, ਫਸਲ ਪੈਦਾ ਕਰਦੇ ਆ, ਉੱਤੇ ਕਿਸਾਨ ਦਾ ਸਾਰਾ ਇਨਵੈਸਟਮੈਂਟ ਹੁੰਦੀ ਆ। ਸਟਾਰਟਿੰਗ ਤੋਂ ਲੈ ਕੇ ਖਰਚਾ ਹੋਣਾ ਸ਼ੁਰੂ ਹੋ ਜਾਂਦਾ ਔਰ ਸਾਰਾ ਨਗਦ ਹੁੰਦਾ ਔਰ ਅਖੀਰ ਤੇ ਆਣ ਕੇ ਜਦੋਂ ਫਸਲ ਉਹ ਸਿੱਟ ਦਿੱਤੀ ਜਾਂਦੀ ਆ ਮੰਡੀ ਦੇ ਵਿੱਚ ਜਾਂ ਮਿੱਲਾਂ ਦੇ ਵਿੱਚ ਆਉਂਦੀ ਆ ਔਰ ਉਹਦੇ ਬਦਲੇ 'ਚ ਉਹਨੂੰ ਕੋਈ ਪੈਸਾ ਉਹਦਾ ਨਾ ਮਿਲੇ, ਤਾਂ ਉਹ ਇੱਕ ਬੜੀ ਆਪਣੇ ਆਪ ਤੇ ਜੀ ਬਹੁਤ ਦੁੱਖ ਵਾਲੀ ਗੱਲ ਆ ਕਿ ਆਪਾਂ ਆਪ ਸੋਚ ਸਕਦੇ ਹਾਂ ਕਿ ਉਹਨਾਂ ਕਿਸਾਨਾਂ ਦਾ, ਉਹਨਾਂ ਪਰਿਵਾਰਾਂ ਦਾ ਜਿਹੜੇ ਫਾਈਨੈਂਸ਼ੀਅਲ ਹਾਲਤ ਆ ਉਹ ਕਿੱਦਾਂ ਦੇ ਰਹਿਣਗੇ, ਉਹਨਾਂ ਪਰਿਵਾਰਾਂ ਦੇ ਵਿੱਚ ਖੁਸ਼ੀ ਕਿੱਦਾਂ ਆ ਸਕਦੀ ਹੈ, ਕਿੱਦਾਂ ਆਪਾਂ ਆਸ ਕਰ ਸਕਦੇ ਹਾਂ। ਔਰ ਮੈਂ ਤਾਂ ਹੋਰ ਕਹਿੰਦਾ ਕਿ ਇਕੱਲੇ ਕਿਸਾਨਾਂ ਦੇ ਪਰਿਵਾਰਾਂ ਦੀ ਗੱਲ ਨਹੀਂ ਹੈ, ਕਿਉਂਕਿ ਪੈਸਾ ਜਦੋਂ ਸਰਕੂਲੇਟ ਹੁੰਦਾ ਪੈਸਾ ਮਾਰਕੀਟ ਦੇ ਵਿੱਚ ਸਰਕੂਲੇਟ ਹੋਊਗਾ ਤਾਂ ਉਹਦੇ ਨਾਲ ਦੁਕਾਨਾਂ ਵੀ ਚੱਲਣਗੀਆਂ, ਵਪਾਰ ਵੀ ਚੱਲੂਗਾ। ਜਦੋਂ ਕਿਸਾਨ ਦੇ ਕੋਲ ਨਹੀਂ ਪੈਸਾ ਆਊਗਾ, ਮਾਰਕੀਟ ਦੇ ਵਿੱਚ ਨਹੀਂ ਆਊਗਾ, ਮਾਰਕੀਟ ਦੇ ਵਿੱਚ ਨਹੀਂ ਆਊਗਾ ਤਾਂ ਜਿਹੜੀ ਆ ਉਹ ਮੰਦੀ ਦਾ ਦੌਰ ਆਊਗਾ। ਉਹ ਆਰਥਿਕਤਾ ਦੇ ਲਈ ਬੜੀ ਮਾੜੀ ਗੱਲ ਹੁੰਦੀ ਆ ਔਰ ਇਸ ਕਰਕੇ ਸਰਕਾਰ ਨੂੰ ਬਿਲਕੁਲ ਧਿਆਨ ਦੇਣਾ ਚਾਹੀਦਾ। ਪਰ ਸਰਕਾਰ ਦਾ ਹਾਲਾਤ ਇਦਾਂ ਦੇ ਹੈਗੇ ਆ ਕਿ ਜਿਹੜੀ ਪੰਜਾਬ ਦੀ ਜਨਤਾ ਆ ਉਹ ਤਰਾਹ ਕਰਦੀ ਆ, ਚਾਹੇ ਉਹ ਸਕੂਲ ਟੀਚਰ ਹੋਣ, ਚਾਹੇ ਬੱਚੇ ਹੋਣ, ਤਮਾਮ ਜਿੰਨੇ ਵੀ ਤਬਕੇ ਹੈਗੇ ਪੰਜਾਬ ਦੇ ਵਿੱਚ ਉਹ ਸਾਰੇ ਦੇ ਸਾਰੇ ਤਰਾਹ ਕਰਦੇ ਆ, ਕਿਉਂਕਿ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਦਾ ਮੁਕੰਮਲ ਫੇਲੀਅਰ ਆ। ਉਹਨਾਂ ਦਾ ਧਿਆਨ ਹੀ ਨਹੀਂ ਹੈ ਕਿ ਪੰਜਾਬ ਦੀ ਜਨਤਾ ਵੱਲ ਕੇ ਕੀ ਕਰਨਾ। ਜੇ ਆਪਾਂ ਪੰਜਾਬ ਨੂੰ ਜਿਉਂਦੇ ਰੱਖਣਾ, ਕਿਸਾਨੀ ਨੂੰ ਜਿਉਂਦੇ ਰੱਖਣਾ, ਤੇ ਸਭ ਤੋਂ ਪਹਿਲਾਂ ਆਪਾਂ ਨੂੰ ਨੌਜਵਾਨਾਂ ਦੀ ਬਾਂਹ ਫੜਨੀ ਪੈਣੀ ਆ ਔਰ ਨੌਜਵਾਨਾਂ ਦਾ ਇੰਟਰਸਟ ਖੇਤੀਬਾੜੀ ਵਿੱਚ ਬਣਾਉਣਾ ਪੈਣਾ ਆ। ਉਹਦੇ ਲਈ ਸਾਨੂੰ ਜਿਹੜੇ ਦੱਸਦੇ ਆ, ਪੈਰਾਮੀਟਰ ਦੱਸਦੇ ਆ, ਉਹਦੇ ਮੁਤਾਬਕ ਇਹਨਾਂ ਨੂੰ ਜਿਹੜੇ ਆ ਪੇਮੈਂਟ ਦੇਣੀ ਚਾਹੀਦੀ ਆ। ਨੌਜਵਾਨ ਆਕਰਸ਼ਿਤ ਹੋਣ ਕਿਸਾਨੀ ਧੰਦੇ ਵੱਲ, ਵੱਖ ਵੱਲ। ਔਰ ਹੁਣ ਇਸ ਘਾਟੇਬੰਦ ਸੌਦੇ ਤੋਂ ਜ਼ਿਮੀਂਦਾਰ ਆ ਜਿਹੜਾ, ਉਹ ਨੌਜਵਾਨ ਆ ਜਿਹੜਾ ਜ਼ਿਮੀਂਦਾਰ, ਉਹ ਮੂੰਹ ਮੋੜ ਰਿਹਾ ਆ। ਕਿੰਨੀ ਪੇਮੈਂਟ ਫਸੀ ਆ ਮਿਲਾਂ ਵੱਲ? ਮੇਰੀ ਲਗਭਗ ਜੀ ਇਸ ਭੋਪਰ ਸਾਡੇ ਪਰਿਵਾਰ ਦੀ ਭੋਪਰ ਮਿੱਲ ਵੱਲ ਲਗਭਗ 8.5 ਲੱਖ ਰੁਪਈਆ, ਕੀੜੀ ਵੱਲ 2.5 ਲੱਖ ਰੁਪਈਆ ਪੇਮੈਂਟ ਫਸੀ ਆ ਜੀ 18-19 ਸੀਜ਼ਨ ਦੀ। ਆਹ ਸੀਜ਼ਨ ਦੀ ਜਿਹੜੀ ਹੁਣ ਪਿਛਲੀ ਪੇਮੈਂਟ ਆ ਲਗਭਗ ਥੋੜੀ ਆ ਗਈ ਆ। ਨਾਲ ਆ ਮਿੱਲ ਬੰਦ ਹੋਣ ਕਿਨਾਰੇ ਆ ਤੇ ਪਿਛਲੇ ਸਾਲ ਦੀ ਸਾਰੀ ਪੇਮੈਂਟ ਖੜੀ ਆ 18-19 ਦੀ। ਤੇ ਕੀ ਸੰਕੇਤ ਕੀ ਮਿਲਦੇ ਆ ਜਦੋਂ ਮੁਲਾਕਾਤ ਹੁੰਦੀ ਆ ਪ੍ਰਬੰਧਕਾਂ ਨਾਲ ਜਾਂ ਸਰਕਾਰ ਦੇ ਨੁਮਾਇੰਦਿਆਂ ਨਾਲ, ਜਦੋਂ ਮੀਟਿੰਗ ਹੁੰਦੀ ਆ, ਕੀ ਦਿਲਾਸਾ ਕੀ ਦਿੰਦੇ ਨੇ? ਉਹ ਝੂਠਾ ਦਿਲਾਸਾ ਦਿੰਦੇ ਆ ਜੀ ਵੀ ਬਸ ਆ ਜਾਣੇ ਆ, ਪਾ ਦੇਣੇ ਆ, ਕਰ ਦੇਣੇ ਆ, ਜਦ ਕਿ ਕੋਈ ਸੱਚਾਈ ਨਹੀਂ, ਕੋਈ ਪੈਸੇ ਨਹੀਂ। ਇਹਨਾਂ ਤੋਂ ਵਿਆਜ ਤੇ ਪੈਸੇ ਲੈਣੇ ਆ ਗੰਨਾ ਬੀਜਣ ਲਈ 5% ਤੇ ਹੁਣੇ ਤੁਹਾਨੂੰ ਦੇਣ ਨੂੰ ਤਿਆਰ ਆ ਗੰਨਾ ਬੀਜਣ ਲਈ। ਬਾਕੀ ਹੋਰ ਕੋਈ ਫਸਲ ਬੀਜਣੀ ਆ, ਕੋਈ ਤੁਸੀਂ ਆਪਣੇ ਘਰ ਦਾ ਖਰਚ ਚਲਾਉਣਾ, ਫੇਰ ਕੁਛ ਨਹੀਂ। ਫੇਰ ਤੁਸੀਂ ਪੈਸੇ ਬੈਂਕ ਤੋਂ ਲਓ, ਆੜ੍ਹਤੀ ਤੋਂ ਲਓ, ਜਿੱਥੋਂ ਮਰਜ਼ੀ ਲਓ ਵਿਆਜ ਤੇ। ਇਹ ਸਿਰਫ ਲਾਰੇ ਹੀ ਆ ਸਰਕਾਰ ਦੇ। ਸਰਕਾਰ ਨੇ ਪਿੰਡ ਪੱਲੇ ਕੁਛ ਨਹੀਂ ਪਾਇਆ। 1 ਸਾਲ ਹੋ ਚੱਲਾ ਸਾਨੂੰ ਪੈਸਿਆਂ ਲਈ ਦਰ ਭਟਕਦਿਆਂ ਨੂੰ ਔਰ ਲਿਮਟਾਂ ਦੇ ਵਿਆਜ ਪੈਣ ਡਏ ਆ। ਬੇਸ਼ੱਕ ਦੀ ਜਿੱਥੋਂ ਮਰਜ਼ੀ ਜਿਹੜੀ ਮਰਜ਼ੀ ਤੋਂ ਏਜੰਸੀ ਤੋਂ ਜਾਂਚ ਕਰਾ ਲਈ ਜਾਵੇ। ਕਿਸਾਨਾਂ ਦੀਆਂ ਜਿਹੜੀਆਂ ਲਿਮਟਾਂ ਆ ਉਸ ਦਾ ਉਹਨਾਂ ਨੂੰ ਵਿਆਜ ਪੈ ਰਿਹਾ ਹੈ। ਜਿਹੜੇ ਘਰਾਂ ਦੇ ਖਰਚੇ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ। ਪਰ ਹਾਲੇ ਤੱਕ ਸਰਕਾਰ ਦੇ ਕੰਨਾਂ ਦੇ ਉੱਤੇ ਕੋਈ ਜੂਨੀ ਸਰਕਾਰੀ ਜਿਹੜੀ ਨਿੱਜੀ ਔਰ ਜਿਹੜੀਆਂ ਸਹਿਕਾਰੀ ਖੰਡ ਮਿਲਾਂ ਹੈਗੀਆਂ ਨੇ ਉਹਨਾਂ ਦੇ ਵੱਲ ਕਿਸਾਨਾਂ ਦਾ ਸੈਂਕੜੇ ਕਰੋੜ ਬਕਾਇਆ ਖੜਾ ਮਿਲਣਾ ਕਦੋਂ ਆ ਇਹ ਹਾਲੇ ਤੱਕ ਕਿਸੇ ਨੂੰ ਕੁਝ ਨਹੀਂ ਪਤਾ। ਸੋ ਅੱਜ ਦੀ ਸਾਡੀ ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਅਗਲੇ ਦਿਨਾਂ ਦੇ ਵਿੱਚ ਕਿਸਾਨੀ ਨਾਲ ਤੇ ਹੋਰ ਜਿਹੜੇ ਅਹਿਮ ਮਸਲੇ ਉਹਨਾਂ ਨਾਲ ਜੁੜੀਆਂ ਕੁਝ ਹੋਰ ਖਬਰਾਂ ਵੀ ਤੁਹਾਨੂੰ ਵਿਖਾਵਾਂਗੇ। ਪਰ ਹਾਲ ਦੀ ਘੜੀ ਮੈਨੂੰ ਤੇ ਮੇਰੇ ਸਾਥੀ ਜਗਰੂਪ ਨੂੰ ਦਿਓ ਇਜਾਜ਼ਤ। PTC ਨਿਊਜ਼ ਉੱਤੇ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਧੰਨਵਾਦ।